ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਲੋਹੜਿਆਂ ਦੀ ਗਰਮੀ ਪਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੱਦਲਵਾਈ ਜਾਂ ਕਿਣਮਣ ਦੀ ਸੰਭਾਵਨਾ ਨਹੀਂ ਹੈ। ਯਾਨੀ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਖੁਸ਼ਕ ਤੇ ਸਥਿਰ ਰਹਿਣ ਦੀ ਆਸ ਹੈ। ਸੋ ਬਾਕੀ ਵਕਤ ਦੱਸੂ ਕਿ ਕੀ ਕੁਝ ਬਣਦਾ ਤੇ ਜੋ ਕਿਹਾ ਗਿਆ ਉਵੇਂ ਹੀ ਮੌਸਮ ਰਹਿੰਦਾ ਜਾਂ ਫਿਰ ਨਹੀਂ। ਪਰ ਜੇ ਅਗਲੀ ਖਬਰ ਵੱਲ ਅਸੀਂ ਝਾਤ ਮਾਰੀਏ ਤਾਂ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਨਾਲ ਜੁੜੀ ਹੋਈ ਹੈ। ਅੱਜ ਵੀ ਪੰਜਾਬ ਦੇ ਵਿੱਚ 70 ਤੋਂ ਵੱਧ ਮੌਤਾਂ ਦੀ ਖਬਰ ਪ੍ਰਾਪਤ ਹੋਈ ਹੈ ਤੇ 2000 ਤੋਂ ਵੱਧ ਨਵਾਂ ਕੇਸ ਅੱਜ ਪੰਜਾਬ ਦੇ ਵਿੱਚ ਆਇਆ। ਪੰਜਾਬ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਣਾ ਚਿੰਤਾਜਨਕ ਗੱਲ ਹੈ। ਪਰ ਇਸ ਵਕਤ ਪੰਜਾਬ ਦੇ ਵਿੱਚ ਕਰੋਨਾ ਵਾਲੀਆਂ ਖਬਰਾਂ ਵੱਲੋਂ ਧਿਆਨ ਇਸ ਕਰਕੇ ਘਟਿਆ ਕਿਉਂਕਿ ਪੰਜਾਬ ਦੇ ਵਿੱਚ ਹੋਰ ਬੜੇ ਮੁੱਦੇ ਉੱਠਣ ਲੱਗ ਪਏ ਆ। ਹਾਲਾਂਕਿ ਸਿਹਤ ਤੋਂ ਵੱਡਾ ਕਦੇ ਕਿਸੇ ਦਾ ਕੋਈ ਮੁੱਦਾ ਹੋਇਆ ਨਹੀਂ, ਪਰ ਫਿਰ ਵੀ ਕਿਉਂਕਿ ਜਦੋਂ ਖਬਰਾਂ ਅਸੀਂ ਲਗਾਤਾਰ ਕਰੋਨਾ ਪੜ੍ਹਦੇ ਸੁਣਦੇ ਦੇਖਦੇ ਹਾਂ ਤਾਂ ਸਾਡੇ ਚੇਤੇ ਦੇ ਵਿੱਚ ਇਹ ਸ਼ਬਦ ਗੂੰਜਣ ਲੱਗ ਜਾਂਦਾ ਹੈ। ਪਰ ਹੁਣ ਕਿਉਂਕਿ ਖੇਤੀ ਆਰਡੀਨੈਂਸਾਂ ਦੀ ਖਿਲਾਫਤ ਵਾਲੇ ਪ੍ਰਦਰਸ਼ਨ ਚੱਲ ਰਹੇ ਆ, ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਚੱਲ ਰਹੀ ਸੀ। ਉਸ ਤੋਂ ਬਾਅਦ ਕਈ ਹੋਰ ਕਿਸਮ ਦੀਆਂ ਖਬਰਾਂ ਆਈਆਂ ਜਿਹਦੇ ਕਰਕੇ ਕਰੋਨਾ ਵੱਲੋਂ ਕੁਝ ਹੱਦ ਤੱਕ ਪੰਜਾਬ ਦੇ ਲੋਕਾਂ ਦਾ ਧਿਆਨ ਲਾਂਭੇ ਹੋ ਰਿਹਾ। ਪਰ ਬੇਨਤੀ ਇਹ ਆ ਕਿ ਆਪਣੀ ਸਿਹਤ ਦਾ ਖਿਆਲ ਰੱਖੋ, ਸਰਕਾਰੀ ਹਦਾਇਤਾਂ ਦਾ ਪਾਲਣ ਕਰੋ ਤੇ ਬਚਾਅ ਦੇ ਵਿੱਚ ਬਚਾਅ ਆਪਣਾ ਤੇ ਆਪਣੇ ਟੱਬਰ ਦਾ ਬਚਾਅ ਵੀ ਕਰੋ, ਸਾਂਭ ਸੰਭਾਲ ਵੀ ਕਰੋ ਤੇ ਇੱਕ ਦੂਜੇ ਦੀ ਦੇਖ ਰੇਖ ਦੇ ਵਿੱਚ ਵੀ ਕੋਈ ਕਸਰ ਬਾਕੀ ਨਾ ਛੱਡੋ। ਜਾਗਰੂਕਤਾ ਫੈਲਾਓ, ਅਫਵਾਹ ਨਹੀਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਆਰਡੀਨੈਂਸਾਂ ਦੀ ਖਿਲਾਫਤ ਦੇ ਨਾਲ ਜੁੜੀ ਹੋਈ ਹੈ। ਕੱਲ੍ਹ ਤੱਕ ਰਾਜਨੀਤੀ ਘੱਟ ਹੁੰਦੀ ਸੀ, ਅੱਜ ਰਾਜਨੀਤੀ ਇਸ ਮੁੱਦੇ ਦੇ ਉੱਤੇ ਸਿਖਰ ਤੇ ਹੈ। ਦੁੱਖ ਤੇ ਫਿਕਰ ਦੀ ਗੱਲ ਇਹ ਹੈ ਕਿ ਪੰਜਾਬ ਦੀ ਕਿਸਾਨੀ ਝੰਬੀ ਪਈ ਹੈ। ਪੰਜਾਬ ਦੀ ਕਿਸਾਨੀ ਦੇ ਕੋਲੇ ਜਿਹੜੇ ਰੱਸੇ ਆ, ਜਿਹੜੇ ਕਿ ਕਿਸੇ ਵੇਲੇ ਭਰੀਆਂ ਬੰਨਣ ਦੇ ਕੰਮ ਆਉਂਦੇ ਸੀ, ਅੱਜ ਉਹੀ ਰੱਸੇ ਗਲਾਂ ਦੇ ਵਿੱਚ ਪਾ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਅੱਜ ਨਹਿਰਾਂ ਦੇ ਵਿੱਚ ਪਾਣੀ ਜਦੋਂ ਜਾਂਦਾ ਤਾਂ ਕਿਸਾਨ ਛਾਲਾਂ ਮਾਰ ਕੇ ਖੁਦਕੁਸ਼ੀਆਂ ਕਰਦੇ ਆ। ਅੱਜ ਸਪਰੇਆਂ ਜਿਹੜੀਆਂ ਇਸ ਵਕਤ ਕੀਟਨਾਸ਼ਕ ਦਵਾਈਆਂ, ਉਹ ਬੇਸ਼ੱਕ ਸੁੰਡੀ ਨਾ ਮਾਰਦੀਆਂ ਹੋਣ, ਤੇਲਾ ਨਾ ਮਾਰਦੀਆਂ ਹੋਣ, ਪਰ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦਾ ਕੰਮ ਕਰ ਰਹੀਆਂ। ਇਸ ਕਰਕੇ ਦਿਲੀ ਤੌਰ ਦੇ ਉੱਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੋਚਣਾ, ਵਿਚਾਰਨਾ ਤੇ ਸਮਝਣਾ ਚਾਹੀਦਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਜੇਕਰ ਪੰਜਾਬ ਦੀ ਕਿਸਾਨੀ ਹੀ ਮੁੱਕਦੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ, ਤਾਂ ਫਿਰ ਰਾਜਨੀਤੀ ਵੀ ਕਿੱਥੇ ਕਰਨੀ ਹੈ। ਖੇਤੀ ਪ੍ਰਧਾਨ ਸੂਬੇ ਦੇ ਵਿੱਚੋਂ ਖੇਤੀ ਕਰਨ ਵਾਲੀ ਜੇਕਰ ਭੱਜ ਗਏ ਜਿਵੇਂ ਭੱਜ ਰਹੇ ਹੁਣ, ਤਾਂ ਫਿਰ ਕੀ ਬਣੂਗਾ ਸਾਡੇ ਪੰਜਾਬ ਦਾ। ਪੰਜਾਬ ਦੇ ਵਿੱਚ ਹੋਰ ਕਮਾਈ ਦੇ ਸਾਧਨ, ਆਮਦਨ ਦੇ ਸਾਧਨ ਕਿਹੜੇ ਆ? ਜਿਵੇਂ ਅਸੀਂ ਕਹਿੰਦੇ ਹਾਂ ਹਿਮਾਚਲ ਪ੍ਰਦੇਸ਼ ਆ ਜਿਹੜਾ, ਉਹ ਸੈਰ ਸਪਾਟੇ ਦੇ ਤੌਰ ਦੇ ਉੱਤੇ ਵਿਕਸਿਤ ਆ। ਪੰਜਾਬ ਖੇਤੀਬਾੜੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਪਰ ਪੰਜਾਬ ਦੇ ਨਾਂ ਦੇ ਉੱਤੇ, ਖੇਤੀਬਾੜੀ ਦੇ ਨਾਂ ਦੇ ਉੱਤੇ ਕਿਹੋ ਜਿਹੀਆਂ ਕੋਝੀਆਂ ਸਾਜ਼ਿਸ਼ਾਂ ਹੁੰਦੀਆਂ ਆਪਾਂ ਜਾਣਦੇ ਹਾਂ। ਕੱਲ੍ਹ ਤੱਕ ਇਹ ਗੱਲ ਕਹੀ ਜਾਂਦੀ ਸੀ ਬਾਦਲ ਪਰਿਵਾਰ ਦੇ ਵੱਲੋਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੇ ਵੱਲੋਂ, ਕਿ ਖੇਤੀ ਆਰਡੀਨੈਂਸ ਗਲਤ ਨਹੀਂ ਆ। ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਵੱਡੇ ਬਾਦਲ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਪਿਛਲੇ ਦਿਨੀ ਇੱਕ ਵੀਡੀਓ ਜਾਰੀ ਕਰਕੇ ਕਿ ਪੰਜਾਬ ਦੀ ਕਿਸਾਨੀ ਦੇ ਲਈ ਅਸੀਂ ਬਹੁਤ ਕੁਝ ਕੀਤਾ ਤੇ ਬਹੁਤ ਕੁਝ ਕਰਨਾ। ਉਹਨਾਂ ਨੇ ਕਿਹਾ ਸੀ ਜੀ ਕਿ ਕੁਰਬਾਨੀਆਂ ਦੇਣ ਵਾਸਤੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਗੇ ਰਿਹਾ। ਉਹਨਾਂ ਨੇ ਕਿਹਾ ਸੀ ਕਿ ਖੇਤੀ ਆਰਡੀਨੈਂਸ ਦੇ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਨੂੰ, ਖਾਸ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਸੀ ਕਿ ਕੋਈ MSP ਖਤਮ ਨਹੀਂ ਹੋਣੀ। ਇਹ ਤਾਂ ਅਸਲ ਦੇ ਵਿੱਚ ਜਾਣਬੁੱਝ ਕੇ ਲੀਹੋਂ ਲੱਥੀ ਸਰਕਾਰ ਦੇ ਵੱਲੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੇ ਲਈ, ਇਸ ਮਾਮਲੇ ਦੇ ਉੱਤੇ ਧਿਆਨ ਵਡਾਉਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ। ਉਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹੀ। ਉਹਨਾਂ ਨੇ ਕਿਹਾ ਜੀ ਕਿ ਕੈਪਟਨ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ। ਕੈਪਟਨ ਸਰਕਾਰ ਜਾਣਬੁੱਝ ਕੇ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਵਾ ਰਹੀ ਹੈ। ਯਾਨੀ ਕਿ ਪਹਿਲਾਂ ਇਹਦੇ ਹੱਕ ਦੇ ਵਿੱਚ ਸੀ, ਯਾਨੀ ਕਿ ਆਪਾਂ ਨੂੰ ਇਹ ਜਾਪਦਾ ਸੀ ਕਿ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਗਲਤ ਕਰ ਰਹੀ ਹੈ। ਪਰ ਹੁਣ ਅਚਾਨਕ ਯੂ ਟਰਨ ਲਿਆ ਗਿਆ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਅਸੀਂ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਹਾਂ, ਸਾਨੂੰ ਭਰੋਸੇ ਦੇ ਵਿੱਚ ਨਹੀਂ ਲਿਆ ਗਿਆ। ਪੰਜਾਬ ਤੇ ਦੇਸ਼ ਦੀ ਕਿਸਾਨੀ ਹੈ ਜਿਹੜੀ, ਉਹਨੂੰ ਇਸ ਵਕਤ ਸ਼ੰਕਿਆਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਭਾਜਪਾ ਨੇ ਕੁਝ ਨਹੀਂ ਕੀਤਾ ਤੇ ਸਾਡੇ ਨਾਲ ਜਿਹੜੀ ਆ ਉਹ ਬੇਵਸਾਹੀ ਵਾਲੀ ਗੱਲ ਕੀਤੀ ਗਈ ਹੈ, ਜਿਹਦੇ ਕਰਕੇ ਅਸੀਂ ਪੰਜਾਬ ਦੀ ਕਿਸਾਨੀ ਦੇ ਹੱਕ ਦੇ ਵਿੱਚ ਆ। ਸਾਨੂੰ ਪਾਰਟੀ ਦੀ ਸਾਂਝੇਦਾਰੀ ਦਾ ਫਿਕਰ ਘੱਟ ਹੈ ਤੇ ਸਾਨੂੰ ਕਿਸਾਨੀ ਦਾ ਫਿਕਰ ਵੱਧ ਹੈ। ਸੋ ਇਸ ਮਾਮਲੇ ਦੇ ਉੱਤੇ ਰਾਜਨੀਤੀ ਜ਼ੋਰ ਸ਼ੋਰ ਨਾਲ ਅੱਗੇ ਵਧੀ ਹੈ। ਪੰਜਾਬ ਦੇ ਵਿੱਚ ਕਿਸਾਨ ਭਾਈਚਾਰਾ ਜਿਹੜਾ ਉਹ ਲਗਾਤਾਰ ਪ੍ਰਦਰਸ਼ਨ ਕਰ ਰਿਹਾ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਲਗਭਗ 1 ਦਰਜਨ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਨਾਲ ਲੈ ਕੇ ਰਾਜਪਾਲ VP ਸਿੰਘ ਬਦਨੌਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਮੰਗ ਪੱਤਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਇਹ ਖੇਤੀ ਆਰਡੀਨੈਂਸ ਲਾਗੂ ਨਾ ਕੀਤਾ ਜਾਵੇ। ਅਸੀਂ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਮਤਾ ਵੀ ਪਾਸ ਕਰਤਾ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਧਰਨੇ ਮਾਰਿਆਂ ਫਰਕ ਨਹੀਂ ਪੈਣਾ।
ਜੇਕਰ ਆਪਾਂ ਧਰਨੇ ਲਾਉਣੇ, ਜੇਕਰ ਆਪਾਂ ਪ੍ਰਦਰਸ਼ਨੀ ਕਰਨੀ ਤਾਂ ਦਿੱਲੀ ਦੇ ਵਿੱਚ ਕਰਨੇ ਚਾਹੀਦੇ ਤੇ ਮੈਂ ਤੁਹਾਡੇ ਨਾਲ ਚੱਲੂੰਗਾ। ਯਾਨੀ ਕਿ ਕੋਈ ਵੀ ਪਾਰਟੀ ਹੋਵੇ, ਇਸ ਮਾਮਲੇ ਦੇ ਉੱਤੇ ਜਦੋਂ ਹੁਣ ਤੰਦੂਰ ਤਪਿਆ ਤੇ ਰੋਟੀ ਲਾਉਣ ਦੀ ਕਸਰ ਨਹੀਂ ਕੋਈ ਛੱਡ ਰਹੀ। ਸਭ ਦੇ ਵੱਲੋਂ ਸੋਚ ਇਹੀ ਅਪਣਾਈ ਜਾ ਰਹੀ ਹੈ ਕਿ 2022 ਦੇ ਵਿੱਚ ਫਾਇਦਾ ਕਿਵੇਂ ਹੋ ਸਕਦਾ। ਸਭ ਦੇ ਵੱਲੋਂ ਇਹੀ ਕੋਸ਼ਿਸ਼ ਹੈ ਕਿ 2022 ਦੇ ਲਈ ਲਾਹਾ ਜਿੱਦਾਂ ਲੈ ਸਕਦੇ ਆ ਇਸ ਗਰਮ ਮੁੱਦੇ ਦੇ ਉੱਤੇ ਉਹ ਲੈ ਲਿਆ ਜਾਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਕਿ ਭਗਵੰਤ ਮਾਨ ਤੇ ਸੁਖਬੀਰ ਸਿੰਘ ਬਾਦਲ ਦੋਵਾਂ ਦੇ ਵਿੱਚੋਂ ਸੱਚਾ ਕੌਣ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਲੰਘੇ ਕੱਲ ਕਿ ਇੱਕ ਬਿੱਲ ਆ ਜਿਹੜਾ ਤਿੰਨਾਂ ਦੇ ਵਿੱਚੋਂ ਉਹ ਲਿਆਂਦਾ ਗਿਆ, ਉਹਦੇ ਉੱਤੇ ਵੋਟਿੰਗ ਹੋਈ ਹੈ, ਸਿਰਫ ਮੈਂ ਇਹਦੇ ਖਿਲਾਫ ਵੋਟ ਪਾਈ ਹੈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਕਾਂਗਰਸ ਦਾ ਕੋਈ ਵੀ ਸੰਸਦ ਮੈਂਬਰ ਉਸ ਵਕਤ ਸਦਨ ਦੇ ਵਿੱਚ ਨਹੀਂ ਸੀਗਾ, ਉਹ ਵਾਕਆਊਟ ਦੇ ਬਹਾਨੇ ਬਾਹਰ ਨਿਕਲ ਗਏ। ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਜਦੋਂ ਵੋਟਾਂ ਪਾਈਆਂ ਹੀ ਨਹੀਂ, ਵੋਟਿੰਗ ਹੋਈ ਨਹੀਂ, ਤਾਂ ਫਿਰ ਤੁਸੀਂ ਕਿਹਦੇ ਖਿਲਾਫ ਵੋਟ ਪਾਏ। ਸੋ ਇਸ ਕਰਕੇ ਕੌਣ ਸੱਚਾ ਤੇ ਕੌਣ ਝੂਠਾ, ਇਸ ਮਾਮਲੇ ਦੇ ਉੱਤੇ ਵੀ ਚਰਚਾ ਚੱਲ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਖੇਤੀ ਆਰਡੀਨੈਂਸਾਂ ਬਾਰੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੁੰਮਰਾਹਕੁਨ ਬਿਆਨਬਾਜ਼ੀ ਦੇ ਗੰਭੀਰ ਇਲਜ਼ਾਮ ਲਾਏ ਨੇ। ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਝੂਠਾ ਕਿਹਾ ਤੇ ਆਰਡੀਨੈਂਸਾਂ ਬਾਰੇ ਹੋਸ਼ੀ ਬਿਆਨਬਾਜ਼ੀ ਕਰਦਿਆਂ ਸੰਸਦ ਦੇ ਮਾਣ ਨੂੰ ਸੱਟ ਮਾਰਨ ਵਾਲੀ ਗੱਲ ਵੀ ਕਿਹਾ। ਉਹਨਾਂ ਨੇ ਕਿਹਾ ਕਿ ਹੁਣ ਤੱਕ ਖੇਤੀ ਆਰਡੀਨੈਂਸਾਂ ਦੀ ਜ਼ੋਰਦਾਰ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਦੇ ਮੈਂਬਰ ਅਚਾਨਕ ਵਿਰੋਧ ਕਰਨ ਲੱਗੇ ਨੇ, ਪਰ ਅਸਲੀਅਤ ਦੇ ਵਿੱਚ ਇਹ ਵਿਰੋਧ ਦਿਖਾਵੇ ਤੇ ਛਲ ਤੋਂ ਵੱਧ ਕੇ ਕੁਝ ਵੀ ਨਹੀਂ। ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਵੱਲੋਂ ਜਿਵੇਂ ਪਹਿਲਾਂ ਖੇਤੀ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ, ਉਸੇ ਤਰ੍ਹਾਂ ਹੁਣ ਵਿਰੋਧ ਦਾ ਦਿਖਾਵਾ ਵੀ ਗੁੰਮਰਾਹ ਹੈ। ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ਦੇ ਵਿੱਚੋਂ ਮੰਗਲਵਾਰ ਨੂੰ ਪੇਸ਼ ਹੋਏ ਜ਼ਰੂਰੀ ਵਸਤੂਆਂ ਸੋਧ ਬਿੱਲ 2020 ਦੇ ਵਿਰੋਧ ਦੇ ਵਿੱਚ ਵੋਟ ਪਾਉਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ 17 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਟਰੈਕਟਰ ਮਾਰਚ ਰਾਹੀਂ ਬਾਦਲ ਪਿੰਡ ਦੇ ਵਿੱਚ ਜਾ ਕੇ ਹਿਸਾਬ ਕਿਤਾਬ ਮੰਗਿਆ ਜਾਵੇਗਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪਹਿਲੀ ਗੱਲ ਤਾਂ ਜ਼ਰੂਰੀ ਵਸਤੂਆਂ ਸੋਧ ਬਿੱਲ ਦੇ ਉੱਤੇ ਵੋਟਿੰਗ ਹੀ ਨਹੀਂ ਕਰਵਾਈ ਗਈ। ਸਪੀਕਰ ਵੱਲੋਂ ਜੋ ਹੱਕ ਦੇ ਵਿੱਚ ਹਨ ਉਹ ਹਾਂ ਕਹਿਣ ਤੇ ਜੋ ਵਿਰੋਧ ਦੇ ਵਿੱਚ ਹਨ ਉਹ ਨਾ ਕਹਿਣ ਮੁਤਾਬਕ ਇਹ ਬਿੱਲ ਪਾਸ ਕੀਤਾ ਗਿਆ। ਇਸ ਮੌਕੇ ਦੀ ਅਸਲੀਅਤ ਇਹ ਰਹੀ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਨਾ ਹਾਂ ਕਹੀ ਗਈ ਤੇ ਨਾ ਹੀ ਨਾ ਕਹੀ ਗਈ, ਜਦਕਿ ਮੈਂ ਆਵਾਜ਼ ਬੁਲੰਦ ਕਰਨ ਦੇ ਵਿਰੋਧ ਦੇ ਵਿੱਚ ਨਾ ਬੋਲੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਗਵੰਤ ਮਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਭਗਵੰਤ ਮਾਨ ਦੇ ਉੱਤੇ ਤਿੱਖੇ ਹਮਲੇ ਕੀਤੇ ਜਾ ਰਹੇ ਆ। ਭਗਵੰਤ ਮਾਨ ਦੇ ਕਹਿਣ ਦੇ ਮੁਤਾਬਕ ਵੋਟਿੰਗ ਹੋਈ ਹੀ ਨਹੀਂ, ਪਰ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਜਾਣਬੁੱਝ ਕੇ ਵਾਕਆਊਟ ਕਰ ਗਏ ਜਿਹੜੇ ਕਿ ਪੰਜਾਬ ਦੇ ਬਾਕੀ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਇਸ ਮਾਮਲੇ ਦੇ ਉੱਤੇ ਭੰਬਲ ਭੂਸਾ ਜਿਹਾ ਪੈਦਾ ਹੋ ਗਿਆ। ਪਰ ਇਹ ਵੀ ਗੱਲ ਸੱਚੀ ਹੈ ਕਿ ਪੰਜਾਬ ਦੀਆਂ ਕਈ ਅਖਬਾਰਾਂ ਦੇ ਵਿੱਚ ਖਬਰ ਲੱਗੀ ਹੈ ਕਿ ਜੀ ਵੋਟਿੰਗ ਹੋਈ ਹੈ ਤੇ ਉੱਥੇ ਇੱਕ ਬਿੱਲ ਹੈ ਜਿਹੜਾ ਉਹ ਪਾਸ ਕਰ ਦਿੱਤਾ ਗਿਆ। ਸੋ ਇਸ ਮਾਮਲੇ ਦੇ ਉੱਤੇ ਸ਼ਬਦਕ ਜੰਗ ਜਾਰੀ ਹੈਗੀ ਆ। ਝੂਠਾ ਕੌਣ ਹੈ, ਸੱਚਾ ਕੌਣ ਹੈ, ਇਹਦੇ ਮੁਤਲਕ ਕੁਝ ਕਹਿ ਨਹੀਂ ਸਕਦੇ, ਪਰ ਸਾਰਿਆਂ ਨੂੰ ਹੀ ਕਿਸਾਨ ਪੱਖੀ ਹੋਣਾ ਚਾਹੀਦਾ ਹੈ। ਸਾਰਿਆਂ ਨੂੰ ਹੀ ਇਸ ਗੱਲ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕਿਸਾਨ ਨਾ ਬਚਿਆ ਤਾਂ ਬਾਕੀ ਕਾਰੋਬਾਰ ਵੀ ਤਬਾਹ ਹੋ ਜਾਣੇ ਆ, ਕਿਉਂਕਿ ਕਿਸਾਨੀ ਦੇ ਨਾਲ ਹੀ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਬਹੁਤ ਸਾਰੇ ਕਾਰੋਬਾਰ ਜੁੜੇ ਹੋਏ ਆ। ਇਸ ਕਰਕੇ ਪੰਜਾਬ ਦੀ ਖੁਸ਼ਹਾਲੀ ਦੇ ਵਾਸਤੇ, ਪੰਜਾਬ ਦੀ ਤਰੱਕੀ ਦੇ ਵਾਸਤੇ ਚਾਹੀਦਾ ਇਹ ਹੈ ਕਿ ਕਿਸਾਨ ਭਾਈਚਾਰੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਉਲਝਾਉਣ, ਫਸਾਉਣ ਤੇ ਸਤਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਉਸ ਤੋਂ ਅਗਲੀ ਗੱਲ ਇਹ ਹੈ ਕਿ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਇੱਕ ਬਿਆਨ ਆਇਆ। ਉਹਨਾਂ ਨੇ ਕਿਹਾ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਕੋਰ ਕਮੇਟੀ ਦੀ ਮੀਟਿੰਗ ਕਰਾਂਗੇ। ਇਸ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਜੀ ਕਿ ਭਾਜਪਾ ਦੇ ਨਾਲ ਕਿਹੋ ਜਿਹਾ ਰਿਸ਼ਤਾ ਰੱਖਣਾ, ਕੀ ਕੁਝ ਕਰਨਾ ਤੇ ਕੀ ਕੁਝ ਨਹੀਂ। ਉਹਨਾਂ ਨੇ ਕਿਹਾ ਜੀ ਕਿ ਸਾਡੇ ਕਹੇ ਦੇ ਉੱਤੇ ਭਾਜਪਾ ਦੇ ਵੱਲੋਂ ਕਰਤਾਰਪੁਰ ਦਾ ਲਾਂਘਾ ਬਣਾਇਆ ਗਿਆ, ਸਾਡੇ ਕਹੇ ਦੇ ਉੱਤੇ ਹੋਰ ਬਹੁਤ ਸਾਰੇ ਕੰਮ ਕੀਤੇ ਗਏ ਆ, ਪਰ ਜਿਹੜੀ ਆ ਬੇਵਸਾਹੀ ਵਾਲੀ ਗੱਲ ਕੀਤੀ ਆ ਕਿਸਾਨੀ ਆਰਡੀਨੈਂਸਾਂ ਦੇ ਮਾਮਲੇ ਦੇ ਉੱਤੇ, ਖੇਤੀ ਆਰਡੀਨੈਂਸਾਂ ਦੇ ਬਾਬਤ, ਇਹ ਗੱਲ ਆ ਜਿਹੜੀ ਉਹ ਸਾਡੇ ਭਰੋਸੇ ਦੇ ਉੱਤੇ ਸੱਟ ਮਾਰਨ ਵਾਲੀ ਆ। ਇਹ ਗੱਲ ਆ ਜਿਹੜੀ ਉਹ ਸਾਨੂੰ ਇਉਂ ਜਾਪਦਾ ਜੀ ਕਿ ਸਾਨੂੰ ਗੁੰਮਰਾਹ ਕਰਨ ਵਾਲੀ ਵੀ ਹੈ ਤੇ ਸਾਨੂੰ ਇਉਂ ਲੱਗਦਾ ਕਿ ਸਾਨੂੰ ਪਿੱਛੇ ਸੁੱਟਣ ਵਾਲੀ ਵੀ ਹੈ, ਕਿਉਂਕਿ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਖੜੇ ਹਾਂ। ਕਿਸਾਨੀ ਦੇ ਹੱਕ ਦੇ ਵਿੱਚ ਸਭ ਨੂੰ ਖੜਨਾ ਚਾਹੀਦਾ, ਜਿਵੇਂ ਕਿ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ, ਪਰ ਇਸ ਮਾਮਲੇ ਦੇ ਉੱਤੇ ਰਾਜਨੀਤੀ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ। ਹੁਣ ਚਾਰੇ ਪਾਸੇ ਇੱਕ ਗੱਲ ਚੱਲ ਰਹੀ ਹੈ ਕਿ ਕੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਜੋ ਵਜ਼ੀਰੀ ਆ ਕੇਂਦਰ ਦੇ ਵਿੱਚ ਉਹ ਬਰਕਰਾਰ ਰਹੂ। ਇਹਦੇ ਪਿੱਛੇ ਕਾਰਨ ਇਹ ਆ, ਇਹਨਾਂ ਸੋਚਾਂ ਦੇ ਪਿੱਛੇ, ਕਿ ਜਦੋਂ ਹੁਣ ਅਕਾਲੀ ਦਲ ਭਾਜਪਾ ਦੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਨੰਗੇ ਚਿੱਟੇ ਤੌਰ ਦੇ ਉੱਤੇ ਕਰ ਰਿਹਾ, ਸੁਖਬੀਰ ਸਿੰਘ ਬਾਦਲ ਕਹਿੰਦੇ ਜੀ ਕਿ ਮੈਂ ਪਾਰਲੀਮੈਂਟ ਦੇ ਵਿੱਚ ਖੜ ਕੇ ਵੀ ਇਸ ਆਰਡੀਨੈਂਸ ਦੇ ਖਿਲਾਫ ਬੋਲ ਕੇ ਆਇਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਆ, ਬਾਕੀ ਗੱਲਾਂ ਬਾਅਦ ਦੇ ਵਿੱਚ ਆ, ਸਾਂਝੀਵਾਲਤਾ ਬਾਅਦ ਦੇ ਵਿੱਚ ਪਾਰਟੀਆਂ ਦੀ। ਤਾਂ ਇਹਦਾ ਮਤਲਬ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਰਿਸ਼ਤਿਆਂ ਦੇ ਵਿੱਚ ਤਰੇੜ ਆ ਸਕਦੀ ਹੈ, ਜਿਹੜੀ ਕਿ ਹਾਲੇ ਵੀ ਕੋਈ ਬਹੁਤੀ ਪੀੜੀ ਸਾਂਝ ਨਹੀਂ ਸੀ। ਇਹਦੇ ਵਿੱਚ ਹੋਰ ਵੀ ਜਿਹੜੇ ਉਹ ਗੈਪ ਪੈ ਸਕਦਾ, ਤੇ ਜੇਕਰ ਗੈਪ ਪੈ ਜਾਂਦਾ, ਜੇਕਰ ਹੋਰ ਤਰੇੜ ਵੱਧ ਜਾਂਦੀ ਹੈ, ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੋ ਸਕਦਾ ਕਿ ਆਪਣੀ ਕੁਰਸੀ ਤੋਂ ਅਸਤੀਫਾ ਦੇਣਾ ਪਵੇ, ਕੈਬਨਿਟ ਮੰਤਰੀ ਦੇ ਤੌਰ ਦੇ ਉੱਤੇ ਅਸਤੀਫਾ ਦੇਣ ਦੀ ਨੌਬਤ ਵੀ ਆ ਜਾਵੇ। ਸੋ ਇਸ ਗੱਲ ਦੇ ਉੱਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵੱਲੋਂ ਮੰਗ ਵੀ ਕੀਤੀ
ਕੀਤੀ ਜਾ ਰਹੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਕੈਬਨਿਟ ਦੀ ਕੁਰਸੀ ਤੋਂ ਤੇ ਉਹ ਕਿਸਾਨੀ ਦੇ ਹੱਕ ਦੇ ਵਿੱਚ ਆ ਜਾਣ। ਤੇ ਇਹ ਵੀ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਹੈ ਜਿਹੜਾ ਉਹ ਭਾਜਪਾ ਨੂੰ ਅਲਵਿਦਾ ਕਹਿ ਕੇ ਤੇ ਕਿਸਾਨੀ ਦੇ ਹੱਕ ਦੇ ਵਿੱਚ ਨਿਤਰੇ। ਪਰ ਹਾਲ ਦੀ ਘੜੀ ਤਾਂ ਇੰਨਾ ਵੱਡਾ ਫੈਸਲਾ ਨਹੀਂ ਕੀਤਾ ਗਿਆ। ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਸ ਮੁਤਲਕ ਫੈਸਲਾ ਕਰ ਵੀ ਲਿਆ ਜਾਵੇ। ਪਰ ਅਕਾਲੀ ਦਲ ਬਾਦਲ ਦੇ ਵੱਲੋਂ ਇਸ ਵਕਤ ਪੂਰੇ ਜੋਸ਼ੋ ਖਰੋਸ਼ ਦੇ ਨਾਲ ਕਿਸਾਨੀ ਮਾਮਲਿਆਂ ਦੇ ਹੱਕ ਦੇ ਵਿੱਚ ਖੜਿਆ ਗਿਆ, ਜਿਹੜੀ ਕਿ ਇੱਕ ਚੰਗੀ ਗੱਲ ਵੀ ਹੈ। ਅੱਜ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਨੋਟ ਕਰਕੇ ਜਾਰੀ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕਿਵੇਂ ਕਿਸਾਨੀ ਦੇ ਮੁੱਦੇ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ। ਅੱਜ ਵੱਖ-ਵੱਖ ਅਕਾਲੀ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸਾਨੀ ਮਸਲਿਆਂ ਨੂੰ ਸਮਝਣ ਤੇ ਵਿਚਾਰਨ ਦੀ ਥਾਂ ਦੇ ਉੱਤੇ ਕਿਸ ਤਰੀਕੇ ਨਾਲ ਹੋਸ਼ੀ ਰਾਜਨੀਤੀ ਕਰਕੇ ਇੱਕ ਦੂਜੇ ਦੇ ਪੈਰ ਮਿੰਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪ੍ਰੈਸ ਨੋਟ ਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਕਹੀਆਂ ਗਈਆਂ ਕਿ ਜਿਸ ਤਰੀਕੇ ਦੇ ਨਾਲ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਕੋਈ ਲੋਕ ਪੱਖੀ ਜਾਂ ਕਿਸਾਨ ਪੱਖੀ ਨਹੀਂ ਹੈ। ਤੇ ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਆਪਣੇ ਦਸਤਖਤਾਂ ਦੇ ਹੇਠ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਪਾਰਟੀ ਦੇ ਵੱਲੋਂ ਵਿਪ ਜਾਰੀ ਕਰ ਦਿੱਤਾ ਗਿਆ। ਭਾਵੇਂ ਲੋਕ ਸਭਾ ਦੇ ਮੈਂਬਰ ਹੋਣ ਤੇ ਭਾਵੇਂ ਰਾਜ ਸਭਾ ਦੇ ਮੈਂਬਰ ਹੋਣ, ਅਕਾਲੀ ਦਲ ਦੇ ਖੇਤੀ ਆਰਡੀਨੈਂਸ ਦੇ ਮਾਮਲੇ ਦੇ ਉੱਤੇ ਜਿਸ ਦਿਨ ਵੋਟ ਪੈਣੀ ਆ ਉਸ ਦਿਨ ਹਾਜ਼ਰ ਰਹਿਣਾ ਵੀ ਜ਼ਰੂਰੀ ਆ ਤੇ ਖਿਲਾਫ ਵੋਟ ਪਾਉਣੀ ਵੀ ਜ਼ਰੂਰੀ ਆ। ਸੋ ਇਸ ਮਾਮਲੇ ਦੇ ਉੱਤੇ ਹੁਣ ਇੱਕ ਹੋਰ ਖਬਰ ਆ ਰਹੀ ਹੈ ਕਿ ਭਾਵੇਂ ਸੁਖਦੇਵ ਸਿੰਘ ਢੀਂਡਸਾ ਹੁਣ ਪਾਰਟੀ ਦਾ ਹਿੱਸਾ ਨਹੀਂ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ, ਪਰ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਅਕਾਲੀ ਦਲ ਦੇ ਵੱਲੋਂ ਆ, ਇਸ ਕਰਕੇ ਉਹਨਾਂ ਨੂੰ ਵੀ ਆਰਡੀਨੈਂਸ ਦੇ ਖਿਲਾਫ ਵੋਟ ਪਾਉਣੀ ਪਊਗੀ, ਪਾਰਟੀ ਦੇ ਪ੍ਰਧਾਨ ਦਾ ਹੁਕਮ ਮੰਨਣਾ ਪਊਗਾ। ਉਸ ਤੋਂ ਅਗਲੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਬਾਕੀ ਰਾਜਨੀਤਿਕ ਧਿਰਾਂ ਇਸ ਆਰਡੀਨੈਂਸ ਬਿੱਲ ਦਾ ਪਹਿਲਾਂ ਹੀ ਵਿਰੋਧ ਕਰ ਚੁੱਕੀਆਂ। ਖੇਤੀ ਆਰਡੀਨੈਂਸ ਦੇ ਮਾਮਲੇ ਦੇ ਉੱਤੇ ਢੀਂਡਸਾ ਪਰਿਵਾਰ ਦੀ ਵੀ ਇਹੀ ਰਾਏ ਆ ਕਿ ਇਹ ਬਿਲਕੁਲ ਨਹੀਂ ਆਉਣਾ ਚਾਹੀਦਾ, ਇਹ ਕਿਸਾਨ ਮਾਰੂ ਆ, ਕਿਸਾਨਾਂ ਦੇ ਗਲ ਦੇ ਵਿੱਚ ਗੂਠਾ ਦੇਣ ਵਾਲੀ ਇਹ ਗੱਲ ਹੈਗੀ ਆ ਤੇ ਕੇਂਦਰ ਦੀ ਸਰਕਾਰ ਨੂੰ ਇਹਦਾ ਨਹੀਂ ਕਰਨਾ ਚਾਹੀਦਾ। ਅੱਜ ਭਗਵੰਤ ਮਾਨ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਹ ਵੀ ਬੋਲਿਆ ਗਿਆ, ਉਹਨੇ ਕਿਹਾ ਜੀ ਕਿ ਪਹਿਲੀ ਗੱਲ ਤਾਂ ਸਾਡੀ GDP ਹੈ ਜਿਹੜੀ ਮਾਈਨਸ ਦੇ ਵਿੱਚ ਜਾ ਰਹੀ ਹੈ, ਬਹੁਤ ਬੁਰਾ ਹਾਲ ਹੈ। ਸਿਰਫ ਤੇ ਸਿਰਫ ਖੇਤੀਬਾੜੀ ਦੇ ਮਾਮਲੇ ਦੇ ਉੱਤੇ GDP ਪੋਜ਼ਿਟਿਵ ਆ, ਪਰ ਵੱਖੋ ਵੱਖਰੇ ਬਿੱਲ ਲਿਆ ਕੇ ਵੱਖੋ ਵੱਖਰੇ ਆਰਡੀਨੈਂਸ ਜਾਰੀ ਕਰਕੇ ਖੇਤੀਬਾੜੀ ਖੇਤਰ ਦਾ ਵੀ ਘਾਣ ਆ ਜਿਹੜੀ ਉਹ ਕੇਂਦਰ ਦੀ ਸਰਕਾਰ ਕਰ ਰਹੀ ਹੈ। ਸੂਬਿਆਂ ਦੇ ਹੌਲੀ ਹੌਲੀ ਕੱਲੇ ਕੱਲੇ ਅਧਿਕਾਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਇਹ ਗੱਲ ਬਰਦਾਸ਼ਤਯੋਗ ਨਹੀਂ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਅਕਾਲੀ ਦਲ ਦੇ ਵੱਲੋਂ ਅੱਜ ਕੀ ਗੱਲਾਂ ਕਹੀਆਂ ਗਈਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਰਾਜਧਾਨੀ ਵਿੱਚ ਆਏ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਸੀ, ਕਿਉਂਕਿ ਉਹ ਸੰਸਦ ਦੇ ਵਿੱਚ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਵਿੱਚ ਤਾਂ ਫੇਲ ਹੋ ਗਏ ਨੇ ਤੇ ਆਪਣੇ ਨਾਂ ਦੇ ਉੱਤੇ ਲੱਗੇ ਕਿਸਾਨ ਵਿਰੋਧੀ ਧੱਬੇ ਜੋ ਹੁਣ ਸਾਰੀ ਉਮਰ ਰਹੇਗਾ ਨੂੰ ਧੋਣ ਦੇ ਲਈ ਸੜਕ ਕੰਢੇ ਡਰਾਮਾ ਕਰਨ ਦੀ ਥਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਵਿੱਚ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਜਦੋਂ ਸੰਸਦ ਦਾ ਇਜਲਾਸ ਚੱਲ ਰਿਹਾ ਸੀ ਤਾਂ ਉਦੋਂ ਮੁੱਖ ਮੰਤਰੀ ਆਪਣੇ ਸੰਸਦ ਮੈਂਬਰਾਂ ਨੂੰ ਸਦਨ ਦੇ ਵਿੱਚ ਪੇਸ਼ ਹੋਏ ਆਰਡੀਨੈਂਸਾਂ ਬਾਰੇ ਬਿੱਲਾਂ ਖਿਲਾਫ ਵੋਟਾਂ ਪਾ ਕੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਸੜਕ ਕੰਢੇ ਆਪਣੇ ਵਿਚਾਰ ਦੱਸ ਰਹੇ ਨੇ। ਉਹਨਾਂ ਕਿਹਾ ਕਿ ਇਸ ਤੋਂ ਨਾ ਸਿਰਫ ਮੁੱਖ ਮੰਤਰੀ ਦੀ ਧੋਖੇਬਾਜ਼ੀ ਬੇਨਕਾਬ ਹੋਈ ਹੈ, ਬਲਕਿ ਇਹ ਵੀ ਸਾਬਤ ਹੋਇਆ ਕਿ ਇਹ ਉਹਨਾਂ ਵੱਲੋਂ ਗੁਟਕਾ ਸਾਹਿਬ ਤੇ ਦਸਮ ਪਿਤਾ ਦੇ ਨਾਂ ਦੇ ਉੱਤੇ ਚੁੱਕੀਆਂ ਗਈਆਂ ਸਹੁੰਆਂ ਮੁਤਾਬਕ ਕੀਤੀ ਗਈ ਕਾਰਵਾਈ ਹੈ। ਮੁੱਖ ਮੰਤਰੀ ਵੱਲੋਂ ਕੀਤੇ ਗਏ ਵਿਸ਼ਵਾਸਘਾਤ ਦੇ ਵੇਰਵੇ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ 2017 ਦੇ ਵਿੱਚ ਸੂਬੇ ਦੇ APMC ਐਕਟ ਦੇ ਵਿੱਚ ਸੋਧ ਲਈ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਨੇ। ਇਹ ਸੂਬਾਈ ਐਕਟ ਦੇ ਵਿੱਚ ਉਹੀ ਵਿਵਸਥਾਵਾਂ ਸ਼ਾਮਲ ਕੀਤੀਆਂ ਗਈਆਂ ਜਿਸ ਦੇ ਖਿਲਾਫ ਹੁਣ ਉਹ ਨਕਲੀ ਰੋਸ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਕਮੇਟੀ ਬਣਾਈ ਜਿਸ ਨੇ 2017 ਵਿੱਚ ਕੀਤੀਆਂ ਸੋਧਾਂ ਦੀ ਸ਼ਲਾਘਾ ਕੀਤੀ ਤੇ ਖੇਤੀਬਾੜੀ ਕਾਰਪੋਰੇਟ ਲੀਹਾਂ ਦੇ ਉੱਤੇ ਚਲਾਉਣ ਦੀ ਵਕਾਲਤ ਕੀਤੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਆਰਡੀਨੈਂਸਾਂ ਵਾਸਤੇ ਬਣਾਈ ਗਈ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਸਨ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸੰਬੰਧ ਵਿੱਚ ਮੁੰਬਈ ਮੀਟਿੰਗ ਦੇ ਵਿੱਚ ਸ਼ਿਰਕਤ ਵੀ ਕੀਤੀ। ਅਕਾਲੀ ਆਗੂ ਨੇ ਸੰਗਰੂਰ ਦੇ MP ਤੇ ਆਪ ਦੇ ਸੂਬਾ ਕਨਵੀਨਰ ਭਗਵੰਤ ਮਾਨ ਦੀ ਵੀ ਨਿਖੇਧੀ ਕੀਤੀ ਜੋ ਨਾਟਕਬਾਜ਼ੀ ਦੇ ਵਿੱਚ ਲੱਗੇ ਨੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ 2 ਵਾਰ ਦੇ MP ਨੂੰ ਇਹ ਵੀ ਨਹੀਂ ਪਤਾ ਕਿ ਸੰਸਦ ਦੇ ਵਿੱਚ ਬਿੱਲ ਹਮੇਸ਼ਾ ਧਵਨੀ ਮਤ ਨਾਲ ਪਾਸ ਹੁੰਦੇ ਨੇ ਤੇ ਉਹ ਝੂਠ ਬੋਲ ਕੇ ਕੁਫਰ ਤੋੜ ਰਹੇ ਨੇ ਕਿ ਸੰਸਦ ਦੇ ਵਿੱਚ ਜ਼ਰੂਰੀ ਵਸਤਾਂ ਐਕਟ ਬਾਰੇ ਕੋਈ ਵੋਟਿੰਗ ਹੀ ਨਹੀਂ ਹੋਈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦੇ ਨਾਲ ਰਲ ਗਈ ਤੇ ਜ਼ਰੂਰੀ ਵਸਤਾਂ ਐਕਟ ਦੀਆਂ ਸੋਧਾਂ ਖਿਲਾਫ ਵੋਟਾਂ ਪਾਉਣ ਤੋਂ ਭੱਜ ਗਈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਕਿ ਆਪ ਨੇ ਆਪਣੇ ਆਪ ਨੂੰ ਕਾਂਗਰਸ ਦੇ ਕੋਲੇ ਵੇਚ ਦਿੱਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਭ ਤੋਂ ਵੱਧ ਅਸੀਂ ਕਿਸਾਨੀ ਹਿੱਤਾਂ ਦੇ ਲਈ ਪਹਿਰੇਦਾਰ ਹਾਂ। ਅਕਾਲੀ ਦਲ ਬਾਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਵੇਂ ਦੇਰੀ ਨਾਲ ਸਹੀ ਪਰ ਅਸੀਂ ਹੁਣ ਕਿਸਾਨੀ ਦੇ ਹੱਕ ਦੇ ਵਿੱਚ ਹਾਂ, ਅਸੀਂ ਆਰਡੀਨੈਂਸ ਦੇ ਖਿਲਾਫ ਹਾਂ।
ਕਾਂਗਰਸ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਭ ਤੋਂ ਵੱਧ ਕਿਸਾਨੀ ਮਸਲਿਆਂ ਦਾ ਫਿਕਰ ਸਾਨੂੰ ਹੈ, ਚਿੰਤਾ ਸਭ ਤੋਂ ਵੱਧ ਸਾਨੂੰ ਆ। ਪਰ ਹੁਣ ਸੋਚ ਕੇ ਦੇਖੋ ਕਿ ਜੇਕਰ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਦੀ ਗੱਲ ਕਰੀਏ, ਬਾਕੀ ਛੋਟੀਆਂ ਵੱਡੀਆਂ ਧਿਰਾਂ ਦੀ ਗੱਲ ਕਰੀਏ, ਜੇਕਰ ਉਹ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਕਿਸਾਨੀ ਦੇ ਪੱਖ ਦੇ ਵਿੱਚ ਹੈ ਤਾਂ ਫਿਰ ਕਿਸਾਨੀ ਦਾ ਅੱਜ ਤੱਕ ਨੁਕਸਾਨ ਕਿਹੜੀ ਗੱਲੋਂ ਹੋਈ ਗਿਆ? ਕਿਸਾਨੀ ਇੰਨੀ ਘਾਟੇਬੰਦੀ ਕਿਉਂ ਬਣ ਗਈ? ਜ਼ਮੀਨਾਂ ਕਿਹੜੀ ਗੱਲੋਂ ਸੁੰਗੜ ਰਹੀਆਂ? ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਹੇ ਆ? ਮਜ਼ਦੂਰਾਂ ਦੇ ਵੱਲੋਂ ਕਿਉਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ? ਸੋ ਜੇਕਰ ਇਹ ਸਾਰੀਆਂ ਪਾਰਟੀਆਂ ਸੱਚੇ ਦਿਲੋਂ ਸੁਹਿਰਦ ਹੁੰਦੀਆਂ ਤਾਂ ਅੱਜ ਨੂੰ ਪੰਜਾਬ ਦੀ ਕਿਸਾਨੀ ਦੀ ਹਾਲਤ ਬਹੁਤ ਵਧੀਆ ਹੋਣੀ ਸੀ। ਇਹ ਤਾਂ ਹੁਣ ਰਾਜਨੀਤੀ ਦੀ ਗੱਲ ਹੈ, ਕੋਈ ਕਿਸੇ ਦੇ ਉੱਤੇ ਤੋਹਮਤਾਂ ਲਾਵੇ, ਕੋਈ ਕਿਸੇ ਦੇ ਉੱਤੇ ਨਾ ਲਾਵੇ, ਪਰ ਚਿੱਟੇ ਦਿਨ ਵਾਂਗੂ ਇਹ ਗੱਲ ਸਾਫ਼ ਹੈ ਕਿ ਪੰਜਾਬ ਦੀ ਕਿਸਾਨੀ ਇਸ ਵਕਤ ਸੰਕਟ ਦੇ ਵਿੱਚ ਹੈ। ਵਾਰ-ਵਾਰ ਇਹ ਖਬਰਾਂ ਦੁਹਰਾਉਣ ਦਾ ਮਤਲਬ ਇਹ ਹੈ ਕਿ ਦੇਸ਼ ਦੁਨੀਆ ਦੇ ਵਿੱਚ ਵਸਦੇ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਅੱਜ ਕੀ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਇਸ ਵਕਤ ਰਾਮ ਰੌਲਾ ਚੱਲ ਰਿਹਾ। ਪੰਜਾਬ ਦੇ ਕਿਸਾਨ ਸੱਚੇ ਦਿਲੋਂ ਸੜਕਾਂ ਦੇ ਉੱਤੇ ਬੈਠੇ ਆ, ਪਰ ਇੱਕ ਦੂਜੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਹਾਨੂੰ ਐ ਕਰ ਲੈਣਾ ਚਾਹੀਦਾ, ਹੁਣ ਤੁਹਾਨੂੰ ਇਉਂ ਕਰ ਲੈਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅੱਜ ਇਹ ਵੀ ਗੱਲ ਕਹੀ ਹੈ, ਉਹ ਕਹਿੰਦੇ ਜੀ ਕਿ ਜਿਹੜੀਆਂ ਧਾਰਾ 144 ਦੀਆਂ ਉਲੰਘਣਾਵਾਂ ਕਰਕੇ ਪਰਚੇ ਦਰਜ ਹੋਏ ਆ ਕਿਸਾਨਾਂ ਦੇ ਉੱਤੇ, ਇਹ ਸਾਰੇ ਦੇ ਸਾਰੇ ਪਰਚੇ ਅਸੀਂ ਵਾਪਸ ਲਵਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕਰੋਨਾ ਮਹਾਮਾਰੀ ਦੇ ਕਰਕੇ 144 ਧਾਰਾ ਲਾਈ ਗਈ, ਵੱਖ-ਵੱਖ ਥਾਵਾਂ ਤੇ ਕਿਸਾਨ ਬਹੁਤੇ ਇਕੱਠੇ ਹੋ ਜਾਂਦੇ ਆ, ਜਿਹਦੇ ਕਰਕੇ ਸੰਕਟ ਪੈਦਾ ਹੁੰਦਾ, ਇਸ ਕਰਕੇ ਪਰਚੇ ਦਰਜ ਹੋਏ ਆ। ਪਰ ਅਸੀਂ ਕਿਸਾਨੀ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ, ਉਹਨਾਂ ਨੂੰ ਸਮਝਦੇ ਹੋਏ ਇਹ ਸਾਰੇ ਜਿਹੜੇ ਮੁਕੱਦਮੇ ਆ ਇਹ ਵਾਪਸ ਲਵਾਂਗੇ। ਸੋ ਇੰਨੀ ਕੁ ਗੱਲ ਕਰਕੇ ਤੇ ਸ਼ਾਇਦ ਕਿਸਾਨੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਸਵਾਲ ਫਿਰ ਉੱਥੇ ਆ ਕੇ ਮੁੱਕਦਾ ਹੈ ਕਿ ਪੰਜਾਬ ਦੀ ਕਿਸਾਨੀ ਦੀਆਂ ਅਸਲ ਮੁਸ਼ਕਲਾਂ ਕਦੋਂ ਹੱਲ ਹੋਣਗੀਆਂ? ਜੋ ਗੱਲਾਂ ਚਲੋ ਲੋਕ ਸਭਾ ਦੇ ਵਿੱਚ ਕਰਤੀਆਂ, ਰਾਜ ਸਭਾ 'ਚ ਕਰਤੀਆਂ, ਪੁਤਲੇ ਫੂਕਤੇ, ਪ੍ਰਦਰਸ਼ਨ ਕਰਤੇ, ਪਰ ਇਹ ਨਾ ਹੋਵੇ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਮਾਮਲਾ ਉੱਥੇ ਦਾ ਉੱਥੇ ਖੜਾ ਰਹੇ। ਪੰਜਾਬ ਦੇ ਕਲਾਕਾਰਾਂ ਨੂੰ ਸਮੇਂ-ਸਮੇਂ ਦੇ ਉੱਤੇ ਕਈ ਕਿਸਮ ਦੇ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਕਿਸੇ ਕਲਾਕਾਰ ਨੂੰ ਗੰਦਾ ਗਾਉਣ ਦੇ ਕਰਕੇ, ਕਿਸੇ ਕਲਾਕਾਰ ਨੂੰ ਬਹੁਤੀ ਚੜ੍ਹਾਈ ਦੇ ਕਰਕੇ। ਆਪਾਂ ਜਦੋਂ ਅਤੀਤ ਦੇ ਵੱਲ ਝਾਤ ਮਾਰਦੇ ਹਾਂ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਕਤਲ ਕੀਤਾ ਗਿਆ। ਆਪਾਂ ਜੇਕਰ ਦਿਲਸ਼ਾਦ ਅਖਤਰ ਵੱਲ ਵੇਖੀਏ ਤਾਂ ਸਟੇਜ ਦੇ ਉੱਤੇ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ। ਪਰ ਅੱਜ ਦੀ ਤਰੀਕ ਦੇ ਵਿੱਚ ਕਲਾਕਾਰਾਂ ਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਗਾਇਕੀ ਆ ਜਿਹੜੀ ਉਹ ਇੱਕਦਮ ਆਤਿਸ਼ਬਾਜ਼ੀ ਵਾਂਗੂ ਉੱਭਰ ਕੇ ਸਾਹਮਣੇ ਆਉਂਦੀ ਆ, ਫਿਰ ਠੁੱਸ ਹੋ ਕੇ ਡਿੱਗ ਪੈਂਦੀ ਆ ਉਹ ਆਤਿਸ਼ਬਾਜ਼ੀ। ਕਦੇ ਇੱਥੇ ਇੱਕ ਕਲਾਕਾਰ ਦੀ ਕਿਸੇ ਦੀ ਚੜ੍ਹਾਈ ਹੁੰਦੀ ਆ, ਅਗਲੇ ਸਾਲ ਕਿਸੇ ਹੋਰ ਦੀ ਹੁੰਦੀ ਆ। ਅੱਜ ਉਸਤਾਦ ਕਿਸੇ ਦਾ ਕੋਈ ਹੋਰ ਹੁੰਦਾ, ਕੱਲ੍ਹ ਨੂੰ ਉਸਤਾਦ ਕੋਈ ਹੋਰ ਬਣ ਜਾਂਦਾ। ਇਹ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਵਕਤ। ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਕਿ ਜਲੰਧਰ ਦੇ CIA ਸਟਾਫ ਦੇ ਵੱਲੋਂ 2 ਉਹ ਗਲਤ ਅਨਸਰ ਫੜੇ ਗਏ ਆ, ਜਿਨ੍ਹਾਂ ਦੇ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਦੇ ਕੋਲੋਂ 50 ਲੱਖ ਰੁਪਏ ਦੀ ਫਰੌਤੀ ਮੰਗੀ ਜਾਣੀ ਸੀ ਤੇ ਜੇਕਰ ਫਰੌਤੀ ਨਾ ਦਿੰਦਾ ਤਾਂ ਫਿਰ ਹੋ ਸਕਦਾ ਗੋਲੀ ਵੀ ਚਲਾਈ ਜਾਂਦੀ। ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ, CIA ਸਟਾਫ ਦੇ ਵੱਲੋਂ, ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ। ਪੁਲਿਸ ਦੇ ਕਹਿਣ ਦੇ ਮੁਤਾਬਕ 7 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਇਹਨਾਂ ਦੋਹਾਂ ਜਣਿਆਂ ਨੇ ਯੋਜਨਾ ਬਣਾਈ, ਪਰ ਅਸੀਂ ਇਹਨਾਂ ਨੂੰ ਵੇਲੇ ਰਹਿੰਦੇ ਧਰ ਲਿਆ। ਵੇਲਾ ਰਹਿੰਦੇ ਫੜ ਲਿਆ ਤੇ ਜੇਕਰ ਇਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਜਾਂਦੇ ਤਾਂ ਮੇਰੇ ਖਿਆਲ ਦੇ ਮੁਤਾਬਕ, ਜਿਵੇਂ ਕਿ ਪੁਲਿਸ ਨੇ ਕਿਹਾ, ਇੱਕ ਵਾਰ ਫਿਰ ਪਰਮੀਸ਼ ਵਰਮਾ ਵਾਲਾ ਕਾਂਡ ਵਾਪਰ ਸਕਦਾ ਸੀ। ਆਪਾਂ ਜਾਣਦੇ ਹਾਂ ਕਿ ਮਾਡਲ ਤੇ ਗਾਇਕ ਜਿਹੜਾ ਪਰਮੀਸ਼ ਵਰਮਾ, ਉਹਦੇ ਉੱਤੇ ਵੀ ਫਰੌਤੀ ਦੇ ਚੱਕਰ ਦੇ ਵਿੱਚ ਗੋਲੀ ਚਲਾਈ ਗਈ ਸੀ। ਉਸ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਹਾਲਾਂਕਿ ਅਸੀਂ ਕਿਸੇ ਦੇ ਗਾਣੇ ਨਾਲ ਅਸਹਿਮਤ ਹੋ ਸਕਦੇ ਹਾਂ, ਅਸੀਂ ਇਹ ਗੱਲ ਕਹਿ ਸਕਦੇ ਹਾਂ ਜੀ ਕਿ ਫਲਾਣੇ ਨੂੰ ਇੱਦਾਂ ਨਹੀਂ ਗਾਉਣਾ ਚਾਹੀਦਾ, ਪਰ ਜਿਸ ਤਰੀਕੇ ਦੇ ਨਾਲ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ, ਜਿਵੇਂ ਫਰੌਤੀ ਮੰਗੀ ਜਾਂਦੀ ਹੈ, ਇਹ ਜੋ ਕੁਝ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਹਾਂ ਉਹ ਅੱਜ ਕੱਲ੍ਹ ਪ੍ਰੈਕਟੀਕਲ ਕੀਤਾ ਜਾਂਦਾ ਕੁਝ ਕੁ ਵਗੜੈਲ ਅਨਸਰਾਂ ਦੇ ਵੱਲੋਂ। ਇਹ ਕੁਝ ਅਸੀਂ ਬਾਲੀਵੁੱਡ ਦੇ ਵਿੱਚ, ਮਾਇਆ ਨਗਰੀ ਦੇ ਵਿੱਚ ਤਾਂ ਬਹੁਤ ਵਾਰੀ ਸੁਣਿਆ ਕਿ ਗੈਂਗਸਟਰ ਆ ਜਿਹੜੇ, ਡਾਊਨ ਲੋਕ ਆ ਜਿਹੜੇ, ਉਹ ਕਿਸ ਤਰੀਕੇ ਨਾਲ ਫਿਲਮ ਸਾਜ਼ਾਂ ਦੇ ਕੋਲੋਂ ਪੈਸੇ ਮੰਗਦੇ ਆ, ਕਿਵੇਂ ਮਹੀਨੇ ਬੰਨੇ ਹੋਏ ਆ। ਪਰ ਪੰਜਾਬ ਦੇ ਵਿੱਚ ਇੱਦਾਂ ਸਾਰਾ ਕੁਝ ਹੋਊਗਾ ਕਦੇ ਸੋਚਿਆ ਨਹੀਂ ਸੀ। ਇੱਕ ਦਹਾਕਾ ਪਹਿਲਾਂ ਤੱਕ, 5 ਸਾਲ ਪਹਿਲਾਂ ਤੱਕ ਇਹਨਾਂ ਗੱਲਾਂ ਦੇ ਬਾਬਤ ਅਸੀਂ ਕਦੇ ਕਿਆਸ ਨਹੀਂ ਸੀ ਕੀਤਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕੋਲੋਂ ਫਰੌਤੀ ਮੰਗਣ ਸਮੇਤ 7 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਜੁਗਤਾਂ ਬਣਾਉਂਦੇ 2 ਜਣਿਆਂ ਨੂੰ CIA ਸਟਾਫ ਜਲੰਧਰ ਦੀ ਟੀਮ ਦੇ ਵੱਲੋਂ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਇਹਨਾਂ ਲੋਕਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ, ਜਿਹਦੇ ਵਿੱਚ ਝਾਰਖੰਡ ਤੇ ਹੋਰ ਸੂਬਿਆਂ ਦੇ ਵਿੱਚ ਵੀ ਫਿਰੌਤੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸੀ, ਉਸ ਮੁਤਲਕ ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੇ ਗੈਂਗ ਦੇ ਵਿੱਚ ਕਿਹੜੇ-ਕਿਹੜੇ ਲੋਕ ਸ਼ਾਮਲ ਨੇ ਤੇ ਕਦੋਂ ਤੋਂ ਇਹ ਲੋਕ ਇਹ ਸਾਰਾ ਕੁਝ ਕਰ ਰਹੇ ਨੇ। ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਗਾਇਕ ਸਿੱਧੂ ਮੂਸੇਵਾਲਾ ਦੇ ਕੋਲੋਂ ਇਹਨਾਂ ਨੇ 50 ਲੱਖ ਰੁਪਏ ਦੀ ਫਰੌਤੀ ਮੰਗਣੀ ਸੀ ਤੇ ਜੇਕਰ ਫਰੌਤੀ ਨਾ ਦਿੰਦਾ ਤਾਂ ਫਿਰ ਉਹਦੇ ਗੋਲੀ ਮਾਰਨ ਦੀ ਵੀ ਯੋਜਨਾ ਸੀ। ਸੋ ਜੇਕਰ ਇਹ ਘਟਨਾ ਵਾਪਰ ਜਾਂਦੀ ਤਾਂ ਪੰਜਾਬ ਦੇ ਕਲਾ ਖੇਤਰ ਦੇ ਵਿੱਚ ਇੱਕ ਵਾਰ ਫਿਰ ਸਹਿਮ ਦਾ ਪਸਾਰਾ ਹੋ ਜਾਣਾ ਸੀ, ਜਿਸ ਤਰੀਕੇ ਦੇ ਨਾਲ ਲੰਘੇ ਵੇਲੇ ਦੇ ਵਿੱਚ ਵੀ ਕਈ ਵਾਰ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਸਿੱਧੂ ਮੂਸੇਵਾਲਾ ਹੋਵੇ ਜਾਂ ਕੋਈ ਵੀ ਹੋਰ ਕਲਾਕਾਰ ਹੋਵੇ, ਕਿਸੇ ਦੇ ਗਾਣਿਆਂ ਦੇ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ,
ਪਰ ਕਿਸੇ ਦੀ ਵੀ ਜ਼ਿੰਦਗੀ ਨੂੰ ਖਤਰਾ ਨਹੀਂ ਪੈਦਾ ਹੋਣਾ ਚਾਹੀਦਾ, ਕਿਉਂਕਿ ਹਰ ਵਿਅਕਤੀ ਆਪਣੇ ਟੱਬਰ ਦੇ ਲਈ, ਆਪਣੇ ਆਲੇ ਦੁਆਲੇ ਦੇ ਲਈ, ਆਪਣੇ ਸਮਾਜ ਦੇ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦਾ। ਜਿਹਦਾ ਜਿੰਨਾ ਵੱਡਾ ਦਾਇਰਾ ਹੁੰਦਾ ਉਹਦੇ ਨਾਲ ਓਨੀਆਂ ਖੁਸ਼ੀਆਂ ਤੇ ਉਹਦੇ ਜਾਣ ਤੋਂ ਬਾਅਦ ਓਨੇ ਗਮ ਜੁੜ ਜਾਂਦੇ ਆ। ਸੋ ਇਸ ਕਰਕੇ ਕਲਾਕਾਰ ਚੰਗਾ ਗਾਉਣ ਤੇ ਜਿਹੜੇ ਕਲਾਕਾਰ ਇਸ ਵਕਤ ਭੁੱਲੇ ਭਟਕੇ ਆ ਤੇ ਉਹ ਲੀਹ ਦੇ ਉੱਤੇ ਆਉਣ, ਇਹਦੀ ਅਸੀਂ ਹਮੇਸ਼ਾ ਕਾਮਨਾ ਕੀਤੀ ਹੈ। ਪਰ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਜਿਸ ਤਰੀਕੇ ਦੇ ਨਾਲ CIA ਸਟਾਫ ਦੀ ਟੀਮ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਜਿਹੜੇ 2 ਅਸੀਂ ਅਨਸਰ ਫੜੇ ਆ, ਇਹਨਾਂ ਦੇ ਵੱਲੋਂ 9/11 ਨੂੰ ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਜਾਣਾ ਸੀ, ਅਸੀਂ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਤੇ ਜੇਕਰ ਇਹ ਦਾਅਵਾ ਬਿਲਕੁਲ ਸਹੀ ਹੈ ਤਾਂ ਫਿਰ ਪੁਲਿਸ ਨੂੰ ਸ਼ਾਬਾਸ਼ ਵੀ ਦੇਣੀ ਬਣਦੀ ਹੈ ਕਿ ਉਹਨਾਂ ਨੇ ਘਟਨਾ ਵਾਪਰਨ ਤੋਂ ਬਾਅਦ ਨਹੀਂ ਹੱਥ ਪਾਇਆ, ਉਹਨਾਂ ਨੇ ਘਟਨਾ ਵਾਪਰਨ ਤੋਂ ਪਹਿਲਾਂ ਹੀ ਜਿਸ ਤਰੀਕੇ ਨਾਲ ਇਹ 2 ਜਾਣੇ ਫੜੇ ਆ, ਇਹ ਇੱਕ ਚੰਗੀ ਖਬਰ ਵੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਵੀ ਕਲਾਕਾਰਾਂ ਨੂੰ ਇਹੋ ਜਿਹੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ। ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਕਦੇ ਦਿਲਪ੍ਰੀਤ ਬਾਬਾ ਦੀ ਖਬਰ ਆਈ, ਕਦੇ ਕਿਸੇ ਗੈਂਗਸਟਰ ਦੀ ਖਬਰ ਆਈ, ਕੋਈ ਕਿਸੇ ਤੋਂ ਫਰੌਤੀ ਮੰਗੀ ਜਾਂਦਾ, ਕੋਈ ਕਿਸੇ ਤੋਂ ਫਰੌਤੀ ਮੰਗੀ ਜਾਂਦਾ। ਸੋ ਇਹ ਕੁਝ ਬੰਦ ਹੋਣਾ ਚਾਹੀਦਾ। ਇਹ ਪੰਜਾਬ ਆ, ਇਹ ਬਿਹਾਰ ਨਹੀਂ, ਇਹ ਪੰਜਾਬ ਆ, ਇਹ UP ਨਹੀਂ, ਜਿੱਥੇ ਕਿ ਸਮਾਜ ਵਿਰੋਧੀ ਅਨਸਰ ਜੋ ਮਰਜ਼ੀ ਕਰਦੇ ਫਿਰਨ। ਪਰ ਪੁਲਿਸ ਨੂੰ ਵੀ ਚੌਕਸ ਰਹਿਣਾ ਚਾਹੀਦਾ, ਕਲਾਕਾਰ ਭਾਈਚਾਰੇ ਨੂੰ ਵੀ ਤੇ ਸਾਨੂੰ ਸਭ ਨੂੰ ਵੀ, ਕਿਉਂਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਆਲੇ ਦੁਆਲੇ ਦੇ ਵਿੱਚ ਸਾਡਾ ਖੈਰ ਖਵਾ ਕੌਣ ਆ ਤੇ ਸਾਡੇ ਪੈਰ ਵਿਧਣ ਵਾਲੇ ਕਿਹੜੇ-ਕਿਹੜੇ ਲੋਕ ਫਿਰਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।